ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵੈਲਕਮ ਬੈਕ ਟੂ ਆਲ ਆਫ ਯੂ ਟੂ ਯਰ ਓਨ ਚੈਨਲ ਸਟੱਡੀ ਬਜ਼ਰ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਸਿਵਿਕਸ ਦੇ ਪਾਰਟ 4 ਇੰਡੀਆਜ਼ ਫੋਰਨ ਪਾਲਿਸੀ ਐਂਡ ਯੂਨਾਈਟਿਡ ਨੇਸ਼ਨਸ ਦਾ ਪਾਰਟ 1 ਅਪਲੋਡ ਕਰ ਚੁੱਕੇ ਹਾਂ। ਲਿੰਕ ਹੈ ਜਿਹੜਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਗਿਆ। ਪ੍ਰੀਵੀਅਸ ਵੀਡੀਓਜ਼ ਦਾ ਵੀ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲੇਗਾ। ਨਾਓ ਯੂ ਕੈਨ ਆਲਸੋ ਜੁਆਇਨ ਅਸ ਔਨ ਟੈਲੀਗ੍ਰਾਮ, ਉਸ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈ। ਤੇ ਇੱਕ ਹੋਰ ਖੁਸ਼ੀ ਦੀ ਗੱਲ ਹੈ ਕਿ ਅਸੀਂ ਹੁਣ ਟੈਲੀਗ੍ਰਾਮ ਤੇ ਇੱਕ ਪੋਲ ਕੁਐਸਚਨ ਆਨਸਰ ਪੋਲ ਸਟਾਰਟ ਕੀਤਾ ਹੋਇਆ ਹੈ। ਤੁਹਾਡੀ ਨੌਲੇਜ ਨੂੰ ਵਧਾਉਣ ਦੇ ਲਈ ਬਹੁਤ ਹੈਲਪਫੁਲ ਹੋਏਗਾ। ਐਂਡ ਜੇ ਤੁਹਾਨੂੰ ਲੱਗਦਾ ਹੈ ਕਿ ਸਾਡੀ ਵੀਡੀਓਜ਼ ਤੁਹਾਡੇ ਲਈ ਹੈਲਪਫੁਲ ਹੈ, ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਨਾ। ਐਂਡ ਅੱਜ ਦੇ ਸਵਾਰਥ ਭਰੇ ਜ਼ਮਾਨੇ 'ਚ ਸਵਾਰਥੀ ਨਹੀਂ ਬਣਨਾ, ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰੋ ਐਂਡ ਸੇ ਹਿਮ or her to subscribe this channel. The new viewers who are watching it for the very first time, let me tell you one thing. If you seriously want to enjoy the collection of wonderful videos, first go and subscribe our channel and don't forget to press the bell icon for the further notifications. So बहुत ਦਾ ਸਮਾਂ ਜਾਇਆ ਨਾ ਕਰਦੇ ਹੋਏ ਅੱਜ ਇੱਕ ਬਹੁਤ ਇੰਪੋਰਟੈਂਟ ਟੌਪਿਕ ਵੱਲ ਵਧਦੇ ਹਾਂ ਜੀ। ਤਾਂ ਕਰਦੇ ਹਾਂ ਗੱਲ। ਇਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕੁਐਸਚਨ ਯਾਦ ਆਇਆ। ਕੱਲ ਇੱਕ ਸਟੂਡੈਂਟ ਨੇ ਕੁਐਸਚਨ ਪੁੱਟ ਕੀਤਾ ਸੀਗਾ, ਸਾਰਕ, what is the meaning of ਸਾਰਕ? ਮੈਂ ਇੱਥੇ ਕਲੀਅਰ ਕਰਨਾ ਚਾਹੂੰਗਾ ਜੀ। ਸਾਰਕ, first of all you have to know its full form. South Asian Association for Regional Cooperation। ਇਹਦੀ ਫੁੱਲ ਫਾਰਮ ਹੁੰਦੀ ਹੈ ਜੀ, ਪੰਜਾਬੀ 'ਚ ਤੁਸੀਂ ਕਹਿ ਸਕਦੇ ਹੋ ਖੇਤਰੀ ਸਹਿਯੋਗ ਲਈ ਦੱਖਣੀ ਏਸ਼ੀਆਈ ਸੰਗਠਨ। ਠੀਕ ਹੈ ਜੀ। ਇਸ ਬਾਰੇ ਮੈਂ ਹੋਰ ਦੱਸਣਾ ਚਾਹੂੰਗਾ ਜੀ। ਇਹ ਫਾਊਂਡ ਹੋਇਆ ਸੀਗਾ ਜੀ 1985 ਦਸੰਬਰ ਦੇ ਵਿੱਚ ਫਾਊਂਡ ਹੋਇਆ ਸੀਗਾ ਜੀ। ਠੀਕ ਹੈ ਜੀ। ओरिजिन ਦੇ ਵਿੱਚ ਨਾ ਸਿਰਫ ਇਹਦੇ 7 ਮੈਂਬਰ ਸੀਗੇ ਜੀ। 7 ਮੈਂਬਰ ਤੁਸੀਂ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ। ਇੰਡੀਆ, ਦੈਨ ਪਾਕਿਸਤਾਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਨੇਪਾਲ, ਫਿਰ ਉਸ ਤੋਂ ਬਾਅਦ ਹੈ ਜੀ ਭੂਟਾਨ, ਫਿਰ ਉਸ ਤੋਂ ਬਾਅਦ ਹੈ ਜੀ म्यांमार, फिर उस तो बाद है जी बांग्लादेश, उस तो बाद है श्रीलंका। ਇਹ ਨਾ ਇਹਦੇ ओरिजिन ਮੈਂਬਰਸ ਕਾਊਂਟ ਹੁੰਦੇ ਆ ਜੀ। ਕਿਹੜੇ ਮੈਂਬਰ? ओरिजिन ਮੈਂਬਰਸ। ਜਦੋਂ ਇਹ ਪਹਿਲੀ ਸਮਿਟ ਹੋਈ ਸੀ ਨਾ, ਪਹਿਲਾ ਜਿਹੜਾ ਸਿਖਰ ਸੰਮੇਲਨ ਹੋਇਆ ਸੀਗਾ, ਉਦੋਂ ਇਹ 7 ਮੈਂਬਰ ਸੀਗੇ ਜੀ, ਧਿਆਨ ਰਹੇ। ਠੀਕ ਹੈ ਜੀ। ਫਿਰ ਉਸ ਤੋਂ ਬਾਅਦ 13th ਸੰਮੇਲਨ ਹੋਇਆ ਸੀਗਾ, 13th ਸਮਿਟ ਹੋਈ ਸੀ। ਇਹ ਵੀ ਬੰਗਲਾਦੇਸ਼ ਜਿਹੜਾ ਪਹਿਲਾ ਹੋਇਆ ਸੀਗਾ, ਪਹਿਲਾ ਜਿਹੜਾ ਸੰਮੇਲਨ ਹੋਇਆ ਸੀ ਨਾ ਸਿਖਰ ਸੰਮੇਲਨ, ਉਹ ਵੀ ਬੰਗਲਾਦੇਸ਼ ਦੀ ਕੈਪੀਟਲ ਢਾਕਾ 'ਚ ਹੋਇਆ ਸੀਗਾ। ਤੇ ਜਿਹੜਾ 13th ਹੋਇਆ ਸੀਗਾ ਨਾ, ਇਹ ਵੀ ਬੰਗਲਾਦੇਸ਼ ਦੀ ਕੈਪੀਟਲ ਢਾਕਾ ਦੇ ਵਿੱਚ ਹੋਇਆ ਸੀਗਾ। ਤਾਂ ਇਹਦੇ 'ਚ ਨਾ ਇਹ ਵੀ ਦੱਸਣਾ ਤੁਹਾਨੂੰ 2005 'ਚ ਹੋਇਆ ਸੀਗਾ। ਐਂਡ ਇਹਦੇ 'ਚ ਨਾ ਅਫਗਾਨਿਸਤਾਨ ਨੂੰ ਐਡ ਕਰ ਦਿੱਤਾ ਗਿਆ ਸੀਗਾ। ਅਫਗਾਨਿਸਤਾਨ, ਕਲੀਅਰ? ਠੀਕ ਹੈ ਜੀ। ਤੇ ਇਹ ਹੈ ਖੇਤਰੀ ਸਹਿਯੋਗ ਲਈ, ਇੱਕ ਦੂਜੇ ਨੂੰ ਕੋਆਪਰੇਟ ਕਰਨ ਦੇ ਲਈ। ਤਾਂ ਇਹਦੇ 'ਚ ਤੁਸੀਂ ਦੇਖ ਪਾ ਰਹੇ ਹੋ ਬੜਾ ਹੀ ਈਜ਼ੀ ਹੋ ਜਾਂਦਾ ਜੇ ਤੁਸੀਂ ਸਿੰਪਲ ਤਰੀਕੇ ਨਾਲ ਯਾਦ ਕਰਨਾ ਚਾਹੋ ਤਾਂ। ਦੇਖੋ ਜੀ, ਇੰਡੀਆ ਸਾਰਕ ਦਾ ਮੈਂਬਰ ਹੈ। ਉਸ ਤੋਂ ਬਾਅਦ ਪਾਕਿਸਤਾਨ, ਜਿਹੜਾ ਦੇਣਾ ਬਸ ਕੱਲਾ, ਭਾਰਤ, ਪਾਕਿਸਤਾਨ, ਨੇਪਾਲ, ਭੂਟਾਨ, ਮਿਆਂਮਾਰ, ਬੰਗਲਾਦੇਸ਼, श्रीलंका, ਤੇ ਲਾਸਟ ਵਨ ਜਿਹੜਾ ਹੁਣ ਐਡ ਹੋਇਆ ਉਹ ਹੈ ਜੀ ਅਫਗਾਨਿਸਤਾਨ। ਤੁਸੀਂ ਇੱਥੇ ਦੇਖ ਪਾ ਰਹੇ ਹੋ ਜੀ। ਉਮੀਦ ਕਰਦਾ ਕਿ ਤੁਹਾਨੂੰ ਇਹ ਸਾਰਕ ਕੰਟਰੀ ਸਮਝ ਆ ਗਿਆ ਹੋਵੇਗਾ। ਇਹ ਇੱਕ ਦੂਜੇ ਦੀ ਹੈਲਪ ਕਰਨ ਦੇ ਲਈ ਜੋ ਗਰੁੱਪ ਬਣਿਆ ਸੀਗਾ। ਇੱਕ ਗੱਲ ਹੋਰ ਮੈਂ ਦੱਸਣਾ ਚਾਹੂੰਗਾ ਜੀ ਇੱਥੇ, ਇਹਦਾ ਹਰ ਸਾਲ ਨਾ ਇੱਕ ਕਾਨਫਰੰਸ, ਇੱਕ ਸਮਿਟ ਹੋਣਾ ਜ਼ਰੂਰੀ ਹੁੰਦਾ ਹੈ। ਠੀਕ ਹੈ ਜੀ। ਤੇ ਅੱਜ ਤੱਕ ਇਹਦੇ ਸਿਰਫ ਔਰ ਸਿਰਫ 18 ਸਮਿਟ ਹੋਏ ਆ ਜੀ। 18 ਹੋਏ ਹੈ, 19ਵਾਂ ਹੋਣਾ ਸੀਗਾ ਜੀ। ਇੱਕ ਗੱਲ ਚਲੋ ਫਿਰ ਇਸ ਨੂੰ ਥੋੜਾ ਵਿਸਤਾਰਪੂਰਵਕ ਕਰ ਹੀ ਲੈਂਦੇ ਆ। ਜੋ 19th ਹੋਣਾ ਸੀਗਾ ਉਹ ਪਾਕਿਸਤਾਨ ਦੀ ਕੈਪੀਟਲ ਇਸਲਾਮਾਬਾਦ 'ਚ ਹੋਣਾ ਸੀਗਾ ਜੀ। ਕਿੱਥੇ ਹੋਣਾ ਸੀਗਾ ਜੀ? ਪਾਕਿਸਤਾਨ ਦੀ ਕੈਪੀਟਲ ਇਸਲਾਮਾਬਾਦ 'ਚ ਹੋਣਾ ਸੀਗਾ ਜੀ। ਕਦੋਂ ਹੋਣਾ ਸੀਗਾ ਜੀ? 2016 'ਚ ਹੋਣਾ ਸੀਗਾ ਜੀ। ਉਹ ਦਸੰਬਰ 'ਚ ਹੋਣਾ ਸੀਗਾ ਜੀ। ਠੀਕ ਹੈ ਜੀ। ਇੱਕ ਨਾ ਇਹਦਾ ਰੂਲ ਹੁੰਦਾ ਹੈ,
ਵੀ ਜੇਕਰ ਇਹਨਾਂ 8 ਦੇਸ਼ਾਂ ਦੇ ਵਿੱਚੋਂ ਇੱਕ ਦੇਸ਼ ਕਿਸੇ ਕਾਰਨਵਸ਼ ਉੱਥੇ ਨਹੀਂ ਪਹੁੰਚ ਸਕਦਾ ਤਾਂ ਇਹ ਜਿਹੜਾ ਸਮਿਟ ਹੈ ਥੋੜੇ ਸਮੇਂ ਲਈ ਪੋਸਟਪੋਨ ਕਰ ਦਿੱਤਾ ਜਾਂਦਾ ਹੈ। ਕਲੀਅਰ? ਹੁਣ ਇਸ ਸਮੇਂ ਹੋਣਾ ਸੀਗਾ ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ 18 ਸੈਪਟੈਂਬਰ 2016 ਜੰਮੂ ਕਸ਼ਮੀਰ, ਇੰਡੀਆ ਦਾ ਜਿਹੜਾ ਜੰਮੂ ਕਸ਼ਮੀਰ ਹੈ ਉੱਥੇ ਉਰੀ ਇੱਕ ਜਗ੍ਹਾ ਹੈ, ਉਰੀ, ਠੀਕ ਹੈ, ਬਾਰਡਰ ਏਰੀਆ ਹੈ। ਇੱਥੇ ਜੈਸ ਮੁਹੰਮਦ ਇਸ ਤਰ੍ਹਾਂ ਕਰਕੇ ਹੈ ਇੱਕ ਟੈਰਰਿਸਟ ਸੀਗਾ, ਉਹਨਾਂ ਦੀ ਅਗਵਾਈ ਹੇਠ ਇੱਕ ਉਰੀ ਹਮਲਾ ਹੋਇਆ ਸੀਗਾ ਜੀ। ਉਸ ਸਮੇਂ ਆਪਣੇ ਜਿਹੜੇ 9 ਜਵਾਨ ਸੀ ਉਹ ਮਾਰੇ ਗਏ, 19 ਜਵਾਨ ਮਾਰੇ ਗਏ ਸੀ, ਪਲੱਸ 4 ਹੈ ਜਿਹੜੇ ਆਤੰਕਵਾਦੀ ਮਾਰੇ ਗਏ ਸੀਗੇ। ਇਹ 18 ਦੀ ਗੱਲ ਹੈ। ਤੇ ਉਸ ਸਮੇਂ ਬਹੁਤ ਸਾਰੇ ਜਿਹੜੇ ਸਾਰਕ ਕੰਟਰੀ ਸੀ ਇਹਨਾਂ ਨੇ ਆਪਣੇ ਜਿਹੜੇ ਪੈਰ ਪਿੱਛੇ ਪੁੱਟ ਲਏ ਸੀ ਕਿ ਜਿਹੜਾ ਹੁਣ ਦਸੰਬਰ 2016 ਦੇ ਵਿੱਚ 19 ਸਮਿਟ ਹੋਣ ਜਾ ਰਿਹਾ, ਅਸੀਂ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰਾਂਗੇ। ਤੇ ਨਾਲ ਦੀ ਨਾਲ ਹੀ 30 ਸੈਪਟੈਂਬਰ 2016 ਨੂੰ ਪਾਕਿਸਤਾਨ ਨੇ ਵੀ ਐਲਾਨ ਕੀਤਾ ਸੀਗਾ ਇਹਨੂੰ ਇੱਕ ਅਨਿਸ਼ਚਿਤ ਸਮੇਂ ਦੇ ਲਈ ਪੋਸਟਪੋਨ ਕਰ ਦਿੱਤਾ ਗਿਆ ਤੇ ਹਾਲੇ ਤੱਕ 19 ਸਮਿਟ ਹੋਇਆ ਹੀ ਨਹੀਂ ਹੈ ਜੀ। ਕਲੀਅਰ? ਕਿਉਂਕਿ ਭਾਰਤ ਵੀ ਉਹਦੇ ਵਿੱਚ ਪਾਰਟਿਸਿਪੇਟ ਨਹੀਂ ਕਰੇਗਾ ਤੇ ਨੈਚੁਰਲੀ ਪਾਕਿਸਤਾਨ ਵੀ ਨਹੀਂ ਕਰੇਗਾ। ਇੱਕ ਮੈਂਬਰ ਵੀ ਜੇ ਗੈਰ ਹਾਜ਼ਰ ਹੈ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਉਹ ਸਮਿਟ ਹੈ ਜਿਹੜਾ ਸਿਰੇ ਨਹੀਂ ਚੜੇਗਾ। ਕਲੀਅਰ? ਤੇ ਇੱਕ ਗੱਲ ਹੋਰ ਦੱਸੂਗਾ, ਇਹਦਾ ਜਿਹੜਾ ਸਕੱਤਰੇਤ ਹੈ, ਸਕੱਤਰੇਤ ਜਦੋਂ ਵੀ ਨਾਮ ਦਿਮਾਗ ਚ ਆਵੇ ਨਾ ਸੈਕਟਰੀਏਟ, ਤਾਂ ਇਹਦਾ ਮਤਲਬ ਹੁੰਦਾ ਹੈ ਦਫ਼ਤਰ, ਮੁੱਖ ਦਫ਼ਤਰ। ਇਹਦਾ ਜਿਹੜਾ ਮੁੱਖ ਦਫ਼ਤਰ ਹੈ ਨੇਪਾਲ ਦੀ ਕੈਪੀਟਲ ਹੈ ਕਾਠਮੰਡੂ, ਕਾਠਮੰਡੂ ਕੈਪੀਟਲ ਦੇ ਵਿੱਚ ਹੈ। ਤਾਂ ਇਹ ਵੀ ਤੁਸੀਂ ਨੋਟ ਕਰ ਸਕਦੇ ਹੋ ਜੀ। ਹਾਂਜੀ, ਤੁਸੀਂ ਹੁਣ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। ਸੋ ਇਸ ਤੋਂ ਬਾਅਦ ਆਪਾਂ ਹੁਣ ਆਪਣੇ ਅੱਜ ਦੇ ਟੌਪਿਕ ਯੂਨਾਈਟਿਡ ਨੇਸ਼ਨਸ ਦੀ ਗੱਲ ਕਰਨ ਜਾ ਰਹੇ ਹਾਂ ਜੀ। ਯੂਐਨਓ ਵੀ ਜਿਹਨੂੰ ਨਹੀਂ ਸਮਝ ਆਇਆ ਸੀਗਾ ਅੱਜ ਸਮਝ ਆਏਗਾ, ਠੀਕ ਹੈ। ਤੇ ਗੱਲ ਹੋਰ, ਜੇ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਕਰਨਾ ਹੈ ਤੇ ਫਰੈਂਡਸ ਤੱਕ ਸ਼ੇਅਰ ਕਰਨਾ ਹੈ, ਉਹਨਾਂ ਤੱਕ ਵੀ ਇਹ ਨੌਲੇਜ ਪਹੁੰਚਣੀ ਚਾਹੀਦੀ ਹੈ। ਯੂਐਨਓ, ਯੂਐਨਓ यूनाइटेड नेशन ऑर्गेनाइजेशन, वैसे अज का नाम सीधा यूएन है, यूनाइटेड नेशंस कहा जाता है। सो गल करते हैं की है ये, विस्तार पूर्वक जानना चाहूं तो फर्स्ट वर्ल्ड वॉर, हम तो रट्टा लग गया होना है क्योंकि जिन्नी वीडियोस अपलोड हुई लगभग मैं हर एक जगह करता हूँ ना। 1914 तो लैके 1918 तक हुई है जी, नॉट इट। हाँ जी, जे मैं सैकेंड वर्ल्ड वॉर की गल करा, सैकेंड वर्ल्ड वॉर 1939 तो लेके 1945 तक हुई है जी। क्लियर? ओके, हुण आ जिहड़ी सैकेंड वर्ल्ड वॉर है ना, इहनूं थोड़ा जिहा ध्यान नाल समझो। सैकेंड वर्ल्ड वॉर दे विच की होया, दो ग्रुप बने हुए सीगे जी। एक पासे सी जी अलाइड कंट्रीज, पंजाबी च तुसीं कह सकते हो जी मित्र देश, किहड़े जी? मित्र देश। एक पासे सी जी नाजी जर्मनी, ठीक है। ते एक दो ग्रुप सी मेन लीड कर रहे सीगे। ਇਹਦੇ ਚ ਕਿਹੜੇ ਸੀਗੇ ਜੀ? ਇਹਦੇ ਚ ਸੀਗੇ ਜੀ ਆਪਣੇ यूके, यूनाइटेड किंगडम, यूएसए, यूनाइटेड स्टेट्स ऑफ अमेरिका एंड यूएसएसआर, रशिया एंड उस तो बाद है जी फ्रांस, उस तो बाद है जी चाइना। ਇਹ 5 ਸੀਗੇ ਜਿਹੜੇ ਇਸ ਨੂੰ ਲੀਡ ਕਰ ਰਹੇ ਸੀਗੇ, ਕਿਹਨੂੰ? ਅਲਾਈਡ ਕੰਟਰੀਜ਼ ਨੂੰ। ਇੱਧਰ ਜਿਹੜੇ ਸੀਗੇ ਉਹ ਨੇਪਾਲ ਸੀ, ਸੌਰੀ ਜਾਪਾਨ, ਤੇ ਉਸ ਤੋਂ ਬਾਅਦ ਜਰਮਨੀ ਤੇ ਇਟਲੀ, ਆ 3 ਜਿਹੜੇ ਇਸ ਨੂੰ ਲੀਡ ਕਰ ਰਹੇ ਸੀਗੇ। ਕਲੀਅਰ? ਹੁਣ ਅਲਾਈਡ ਕੰਟਰੀਜ਼ ਦੇ ਵਿੱਚ ਨਾ ਯੂਐਸਏ ਦੇ ਜਿਹੜੇ ਪ੍ਰੈਜ਼ੀਡੈਂਟ ਸੀ, यूएसए ਦੇ ਪ੍ਰੈਜ਼ੀਡੈਂਟ ਰੂਜ਼ਵੈਲਟ, ਉਹਨਾਂ ਨੇ ਨਾ ਜਿਹੜਾ ਆਹ ਮਿੱਤਰ ਦੇਸ਼ ਸੀਗੇ, ਅਲਾਈਡ ਕੰਟਰੀ ਸੀਗੇ, ਇਹਨਾਂ ਨੂੰ ਕੀ ਕਿਹਾ? ਯੂਨਾਈਟਿਡ ਨੇਸ਼ਨਸ ਕਿਹਾ। ਕੀ ਕਿਹਾ? ਯੂਨਾਈਟਿਡ ਨੇਸ਼ਨਸ ਕਿਹਾ। ਯੂਨਾਈਟਿਡ ਨੇਸ਼ਨਸ ਕਹਿਣ ਤੋਂ ਬਾਅਦ, ਹਾਲਾਂਕਿ ਇਹ ਵੀ ਗੱਲ ਧਿਆਨ ਰੱਖਣ ਵਾਲੀ ਹੈ, ਜਦੋਂ ਰੂਜ਼ਵੈਲਟ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਸੀਗੇ, ਜਦੋਂ ਇਹਨਾਂ ਦੀ ਡੈਥ ਹੋ ਗਈ ਸੀਗੀ, ਫਿਰ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਦਾ ਜਿਹੜਾ ਨਾਮ ਇਹਨਾਂ ਦੀ ਯਾਦ ਦੇ ਵਿੱਚ ਹੀ ਯੂਨਾਈਟਿਡ ਨੇਸ਼ਨਸ ਰੱਖ ਦਿੱਤਾ ਗਿਆ ਸੀ, ਕਿਉਂਕਿ ਇਹਨਾਂ ਨੇ ਅਲਾਈਡ ਕੰਟਰੀਜ਼ ਨੂੰ ਕੀ ਕਿਹਾ ਸੀਗਾ ਜੀ? ਯੂਐਨਓ ਕਿਹਾ ਸੀ। ਕਲੀਅਰ? ਆਪਣੇ ਯੂਨਾਈਟਿਡ ਨੇਸ਼ਨਸ ਕਿਹਾ ਸੀਗਾ ਜੀ।
ਤਾਂ ਗੱਲ ਕਰ ਰਹੀ ਸੀ ਯੂਐਨਓ ਜਦੋਂ ਫਾਊਂਡ ਹੋਇਆ ਨਾ ਤਾਂ ਇਸ ਦੇ ਬਹੁਤ ਸਾਰੇ ਤੱਥ ਜ਼ਿੰਮੇਵਾਰ ਸੀ। ਸਭ ਤੋਂ ਪਹਿਲਾਂ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਐਟਲਾਂਟਿਕ ਚਾਰਟਰ 1941। ਹੁਣ ਇਸ ਬਾਰੇ ਦੱਸਣਾ ਚਾਹੂੰਗਾ ਜੀ 15 ਅਗਸਤ 1941 ਨੂੰ ਅਮਰੀਕਾ ਦੇ ਪ੍ਰੈਜ਼ੀਡੈਂਟ ਰੂਜ਼ਵੈਲਟ ਐਂਡ ਚਰਚਿਲ ਸੀਗੇ ਇੰਗਲੈਂਡ ਦੇ ਜਿਹੜੇ ਪੀਐਮ ਸੀਗੇ। ਇੰਗਲੈਂਡ ਦੇ ਪੀਐਮ ਕੌਣ ਸੀਗੇ? ਚਰਚਿਲ। ਇਹਨਾਂ ਦੀ ਮੁਲਾਕਾਤ ਹੋਈ ਸੀਗੀ ਜੀ। ਕਿੱਥੇ ਹੋਈ ਸੀ ਜੀ? ਪ੍ਰਿੰਸ ਆਫ ਵੇਲਸ ਨਾਮ ਦੇ ਸਮੁੰਦਰੀ ਜਹਾਜ਼ ਦੇ ਵਿੱਚ 15 ਅਗਸਤ 1941 ਨੂੰ ਇੱਕ ਇਹਨਾਂ ਦੀ ਮੀਟਿੰਗ ਹੋਈ। ਉਹਦੇ ਵਿੱਚ ਇਹਨਾਂ ਨੇ ਇੱਕ ਚਾਰਟਰ ਤਿਆਰ ਕੀਤਾ ਸੀਗਾ। ਚਾਰਟਰ ਦੇ ਵਿੱਚ ਕੀ ਸੀਗਾ? ਜਿਹੜੇ ਅਲਾਈਡ ਕੰਟਰੀ ਸੀਗੇ ਇਹਨਾਂ ਦੇ ਆਪਸੀ ਸਹਿਯੋਗ ਦੀ ਗੱਲ ਕੀਤੀ ਗਈ ਸੀ। ਵਿਸ਼ਵ ਦੇ ਵਿੱਚ ਸ਼ਾਂਤੀ ਕਿਸ ਤਰ੍ਹਾਂ ਸਥਾਪਿਤ ਕੀਤੀ ਜਾ ਸਕਦੀ ਹੈ ਉਸ ਬਾਰੇ ਗੱਲ ਕੀਤੀ ਗਈ ਸੀ। ਤਾਂ ਇਹ ਇੱਕ ਪੋਜ਼ਿਟਿਵ ਐਸਪੈਕਟ ਸੀਗਾ ਡਿਊਰਿੰਗ ਦੀ ਸੈਕੰਡ ਵਰਲਡ ਵਾਰ। ਉਸੇ ਸਮੇਂ ਫਿਰ ਇਹ ਜਿਹੜਾ ਚਾਰਟਰ ਤਿਆਰ ਹੋਇਆ ਪੂਰੇ ਵਰਲਡ ਦੇ ਵਿੱਚ ਇਹਦਾ ਸਵਾਗਤ ਕੀਤਾ ਗਿਆ ਤੇ ਨਾਲ ਦੀ ਨਾਲ ਸੰਯੁਕਤ ਰਾਸ਼ਟਰ ਦਾ ਐਲਾਨ ਕਰ ਦਿੱਤਾ ਗਿਆ। ਸੰਯੁਕਤ ਰਾਸ਼ਟਰ ਦਾ ਐਲਾਨ, ਠੀਕ ਹੈ। ਹੁਣ ਇਹਦੇ ਵਿੱਚ ਕੀ ਸੀਗਾ ਜੀ? ਜਦੋਂ ਇਹਦਾ ਪੂਰਾ ਸਵਾਗਤ ਪੂਰੇ ਵਰਲਡ ਦੇ ਲੈਵਲ ਤੇ ਹੋ ਰਿਹਾ ਸੀ, ਸੋਚਿਆ ਜਾ ਰਿਹਾ ਸੀ ਕਿ ਇੱਕ ਚੰਗੀ ਚੀਜ਼ ਸਾਡੇ ਸਾਹਮਣੇ ਆਈ ਹੈ, ਤਾਂ ਉਸੇ ਸਮੇਂ ਕੀ ਹੋਇਆ? 1 ਜਨਵਰੀ 1942, ਠੀਕ ਹੈ। ਇਸੇ ਸਮੇਂ ਇਸ ਚਾਰਟਰ ਦੇ ਉੱਪਰ ਸਾਈਨ ਹੋਏ ਕਿੰਨਾ ਦੇ ਜੀ? 26 ਕੰਟਰੀਜ਼ ਦੇ ਰਿਪਰੈਜ਼ੈਂਟੇਟਿਵਸ ਦੇ ਪ੍ਰਤੀਨਿਧੀਆਂ ਦੇ ਸਾਈਨ ਹੋਏ ਤੇ ਇਹਨਾਂ ਚੋਂ ਇੱਕ ਭਾਰਤ ਵੀ ਸੀਗਾ। ਤੇ ਭਾਰਤ ਦੇ ਪ੍ਰਤੀਨਿਧੀ ਉਸ ਸਮੇਂ ਕੌਣ ਸੀਗੇ? ਗਿਰਜਾ ਸ਼ੰਕਰ ਵਾਜਪਾਈ। ਲਿਖ ਲੈਣਾ ਜੀ, ਗਿਰਜਾ ਸ਼ੰਕਰ ਵਾਜਪਾਈ। ਇਹਨਾਂ ਦੇ ਸਿਗਨੇਚਰ ਸੀਗੇ ਇਸ ਸੰਯੁਕਤ ਰਾਸ਼ਟਰ ਦਾ ਐਲਾਨ ਜਿਹੜਾ ਕਿ 1942 ਨੂੰ ਹੋਇਆ ਸੀਗਾ ਜੀ, ਠੀਕ ਹੈ ਜੀ। ਇਸ ਤੋਂ ਬਾਅਦ ਹੋਇਆ ਸੀਗਾ ਜੀ ਡਮਬਰਟਨ ਔਕਸ ਪ੍ਰਪੋਜ਼ਲ। ਇਹ 1944 ਦੇ ਵਿੱਚ ਹੋਇਆ ਸੀਗਾ ਜੀ। ਡਮਬਰਟਨ ਔਕਸ ਪ੍ਰਪੋਜ਼ਲ ਸੀਗਾ 1944 ਦੇ ਵਿੱਚ। ਇਹ ਵੀ ਬਹੁਤ ਇੰਪੋਰਟੈਂਟ ਹੈ ਜੀ। ਕਿਉਂ? ਕਿਉਂਕਿ ਇਹਦੇ ਚ ਨਾ ਜਿਹੜਾ ਯੂਨਾਈਟਿਡ ਨੇਸ਼ਨਸ ਹੈ ਇਹਦੇ ਜਿਹੜੇ ਮਹੱਤਵਪੂਰਨ ਪੱਖਾਂ ਦੀ ਗੱਲ ਕੀਤੀ ਗਈ ਸੀ। ਅਸੀਂ ਇੱਕ ਸਿਕਿਉਰਿਟੀ ਕਾਉਂਸਲ ਬਣਾਵਾਂਗੇ। ਇਹਦੇ ਕੁਝ ਮੈਂਬਰਸ ਪਰਮਾਨੈਂਟ ਹੋਣਗੇ, ਕੁਝ ਨਾਨ ਪਰਮਾਨੈਂਟ ਹੋਣਗੇ ਜੀ। ਤੇ ਜਿਹੜੇ ਪਰਮਾਨੈਂਟ ਹੋਣਗੇ ਉਹ ਕਿਹੜੇ ਹੋਣਗੇ ਜੀ? ਯੂਕੇ, ਯੂਐਸਏ, ਯੂਐਸਐਸਆਰ, ਫਰਾਂਸ ਐਂਡ ਚਾਈਨਾ। ਇਹ ਅਸੀਂ ਮੈਂਬਰ ਪਰਮਾਨੈਂਟ ਰੱਖਣ ਜਾ ਰਹੇ ਹਾਂ। ਬਾਕੀ ਜਿਹੜੇ ਹੋਣਗੇ ਕੁਝ ਅਸਥਾਈ ਹੋਣਗੇ। ਇਹ ਸਾਰੇ ਮਿਲ ਕੇ ਕੀ ਕਰਨਗੇ? ਜੇ ਕੋਈ ਦੇਸ਼ ਕਿਸੇ ਤੇ ਹਮਲਾ ਕਰ ਰਿਹਾ ਹੈ ਤਾਂ ਉਹਦੇ ਖਿਲਾਫ ਇਹ ਆਪਣੀਆਂ ਸੈਨਾਵਾਂ ਨੂੰ ਉਤਾਰਨਗੇ ਜੀ। ਤਾਂ ਇਸ ਤੋਂ ਬਾਅਦ ਜਿਹੜਾ ਇੱਕ ਮੇਨ ਹੋਇਆ ਸੀਗਾ ਜੀ, ਧਿਆਨ ਰੱਖ ਲੈਣਾ, ਸੈਨ ਫਰਾਂਸਿਸਕੋ ਸੰਮੇਲਨ ਹੋਇਆ ਸੀਗਾ, ਸਮਿਟ ਹੋਇਆ ਸੀ। ਇਹ ਕਦੋਂ ਤੋਂ ਕਦੋਂ ਤੱਕ ਸੀਗਾ ਜੀ? ਧਿਆਨ ਰੱਖ ਲੈਣਾ, 25 ਅਪ੍ਰੈਲ 1945 to 26th of June 1946। ਇੰਨਾ ਸਮਾਂ ਇਹ ਸੰਮੇਲਨ ਚੱਲਿਆ ਸੀ, ਸੈਨ ਫਰਾਂਸਿਸਕੋ ਦੇ ਵਿੱਚ ਹੋਇਆ ਸੀਗਾ ਇਹ। ਇਹਦੇ ਵਿੱਚ ਕੀ ਸੀਗਾ ਜੀ? 50 ਰਾਜਾਂ ਦੇ 282 ਰਿਪਰੈਜ਼ੈਂਟੇਟਿਵਸ ਨੇ ਪਾਰਟਿਸਿਪੇਟ ਕੀਤਾ ਸੀ। ਤੇ ਜਿਹੜੀ ਹੋਰ ਮਹੱਤਵਪੂਰਨ ਗੱਲ ਹੈ, ਧਿਆਨ ਰੱਖਣ ਵਾਲੀ ਹੈ, ਇਹਦੇ ਵਿੱਚ ਨਾ ਯੂਨਾਈਟਿਡ ਨੇਸ਼ਨਸ ਦੀ ਰੂਪਰੇਖਾ ਤਿਆਰ ਕੀਤੀ ਗਈ ਸੀ। ਕਿਵੇਂ ਕੰਮ ਕਰੇਗਾ, ਕੌਣ ਇਹਦਾ ਮੈਂਬਰ ਪਰਮਾਨੈਂਟ ਹੋਏਗਾ, ਕਿਹੜਾ ਨਾਨ ਪਰਮਾਨੈਂਟ ਹੋਏਗਾ, ਸਾਰੀ ਵਿਸਤਾਰ ਪੂਰਵਕ ਚਰਚਾ ਕੀਤੀ ਗਈ ਜੀ। ਤੇ ਇਹਦੇ ਚ ਇੱਕ ਇੰਡੀਆ ਵੀ ਸੀ, ਇਹ ਵੀ ਧਿਆਨ ਰੱਖਣ ਵਾਲੀ ਗੱਲ ਹੈ। ਹਾਂ, ਕੁਐਸਚਨ ਆ ਸਕਦਾ ਤੁਹਾਨੂੰ, ਸੈਨ ਫਰਾਂਸਿਸਕੋ ਜਿਹੜਾ ਸਮਿਟ ਹੋਇਆ ਸੀ ਉਹਦੇ ਚ ਕਿੰਨੇ ਦੇਸ਼ਾਂ ਨੇ ਪਾਰਟਿਸਿਪੇਟ ਕੀਤਾ ਸੀਗਾ? ਤਾਂ ਉਹ ਸੀਗਾ ਜੀ 50, ਠੀਕ ਹੈ। ਤੇ ਇੱਕ ਹੋਰ ਕੁਐਸਚਨ ਆ ਸਕਦਾ ਹੈ, ओरिजिन ਮੈਂਬਰਸ ਕਿੰਨੇ ਸੀਗੇ? ਯੂਨਾਈਟਿਡ ਨੇਸ਼ਨ ਦੇ ओरिजिन ਮੈਂਬਰਸ ਕਿੰਨੇ ਸੀਗੇ? ओरिजिन ਮੈਂਬਰ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜਾ ਇਸ ਸਮੇਂ ਜਿਹੜਾ ਚਾਰਟਰ ਤਿਆਰ ਹੋਇਆ ਸੀਗਾ, ਜਿਹੜੀ ਸਾਰੀ ਰੂਪਰੇਖਾ ਤਿਆਰ ਹੋਈ ਸੀ, ਉਸ ਤੇ ਸਿਗਨੇਚਰ ਕਿੰਨਿਆਂ ਦੇ ਹੈ? ਤਾਂ ਮੈਂ ਦੱਸਣਾ ਚਾਹੂੰਗਾ ਪੋਲੈਂਡ ਨੇ ਇਸ ਸਮਿਟ ਦੇ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਸੀਗਾ, ਪਰੰਤੂ ਜੋ ਵੀ ਇੱਥੇ ਰੂਪਰੇਖਾ ਤਿਆਰ ਹੋਈ ਸੀ ਉਸ ਤੇ ਸਿਗਨੇਚਰ ਕਰਨ ਵਾਲਾ ਪੋਲੈਂਡ ਵੀ ਸੀ। ਇਹਦੇ ਜਿਹੜੇ ओरिजिन ਮੈਂਬਰ ਪੁੱਛੇ ਜਾਣ ਤਾਂ 51 ਹੈ। ਜੇ ਪੁੱਛ ਲਏ ਸੈਨ ਫਰਾਂਸਿਸਕੋ ਸਮਿਟ ਦੇ ਵਿੱਚ
किन्ने देशों ने पार्टिसिपेट किया, तो वो है जी अपने सामने 51 इंक्लूडिंग पोलैंड। गॉट इट। उम्मीद करदा कि ये तुहानू चंगी तरह समझ आ गया होएगा। हुण एक गल होर तुसी देख पा रहे हो स्क्रीन के उपर, ये है जी अपना यूनाइटेड नेशंस का लोगो। यूनाइटेड नेशंस का लोगो तुसी देख पा रहे हो। ते एक होर जो महत्वपूर्ण गल है, यूएनओ वाज फॉर्मली एस्टैब्लिश्ड ऑन 24th of अक्टूबर 1945। 1945 ਨੂੰ 24 ਅਕਤੂਬਰ ਨੂੰ ਇਹ ਫਾਊਂਡ ਹੋਇਆ ਸੀਗਾ। ਐਸੇ ਕਰਕੇ ਹੀ 24 ਅਕਤੂਬਰ ਨੂੰ ਫਾਊਂਡੇਸ਼ਨ ਆਫ ਯੂਨਾਈਟਿਡ ਨੇਸ਼ਨਸ ਸੈਲੀਬ੍ਰੇਟ ਕੀਤਾ ਜਾਂਦਾ ਹੈ ਜੀ। ਕਲੀਅਰ? ਹਾਂਜੀ, ਤੁਸੀਂ ਇਸ ਦਾ ਸਕਰੀਨਸ਼ਾਟ ਲੈ ਸਕਦੇ ਹੋ ਜੀ ਤੁਸੀਂ। ਤਾਂ ਕੁਝ ਹੋਰ ਇਸ ਤੋਂ ਇਲਾਵਾ ਮਹੱਤਵਪੂਰਨ ਤੱਥਾਂ ਦੀ ਗੱਲ ਕਰਾਂਗੇ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਵੀਡੀਓ ਤੁਹਾਡੇ ਲਈ ਹੈਲਪਫੁਲ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਪਲੀਜ਼ ਵੀਡੀਓ ਨੂੰ ਆਪਣੇ ਫਰੈਂਡਸ ਤੱਕ ਸ਼ੇਅਰ ਜ਼ਰੂਰ ਕਰਨਾ। ਸੋ ਗੱਲ ਕਰਦੇ ਹਾਂ ਜੀ ਆਪਣੇ ਹੁਣ ਕੁਝ ਹੋਰ ਤੱਥ ਨੇ ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ। ਜੇ ਹੁਣ ਮੈਂ ਇਹਨਾਂ ਦੀ ਗੱਲ ਕਰਾਂ, ਇਸ ਸਮੇਂ यूएनओ ਦੇ ਮੈਂਬਰ 193 है। एक गल ਹੋਰ ਦੱਸਣਾ ਚਾਹੂੰਗਾ, ਕੋਈ ਦੇਸ਼ ਹੈ ਕਿ ਨਹੀਂ ਹੈ, ਉਸ ਦੀ ਮਾਨਤਾ ਦੇਣ ਦਾ ਕੰਮ ਵੀ ਯੂਨਾਈਟਿਡ ਨੇਸ਼ਨਸ ਕਰਦਾ ਹੈ। ਅਕੋਰਡਿੰਗ ਟੂ ਯੂਨਾਈਟਿਡ ਨੇਸ਼ਨਸ there are 199 recognized countries in the world and 193 है जो इसके मैंबर ने। क्लियर? ते जे ओरिजिन मैंबर पूछ लें तो 51 है जी। मैं वार वार एक गल कह रहा। ते उस तो बाद जे इसका कोई हैडक्वार्टर पूछे, हैडक्वार्टर, तो इसका जो हैडक्वार्टर है वो न्यूयॉर्क दे विच है जी। कित्थे है जी? न्यूयॉर्क दे विच है। ये भी तुसी नोट कर सकते हो जी। एंड कुछ ऑफिशियल लैंग्वेज निर्धारित की गई हैं। ऑफिशियल लैंग्वेज मैं इसकी ट्रिक भी दस देना जी थानू। ऑफिशियल लैंग्वेज पहला तो ए तो शुरू हो जाए जी, अरेबिक, ठीक है। उस तो बाद ई इंग्लिश, सीक्वेंस बना लो जी, इंग्लिश। उस तो बाद सी रह गया, सॉरी, चाइनीज। उस तो बाद फ्रेंच, रशियन एंड उस तो बाद स्पेनिश। These are the 6 official languages of United Nations। ਤੇ ਇੱਕ ਗੱਲ ਹੋਰ ਦੱਸਣਾ ਚਾਹੂੰਗਾ ਜੀ, ਇਹ ਜਿਹੜੀਆਂ 5 ਲੈਂਗੁਏਜ ਨੇ ਅਰੈਬਿਕ ਨੂੰ ਛੱਡ ਕੇ, ਇਹਨਾਂ ਦੇ ਵਿੱਚ ਜਿਹੜਾ ਉਹ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਲਿਖਿਆ ਗਿਆ ਹੈ। ਚਾਰਟਰ ਦੇ ਬਾਰੇ ਦੱਸਣਾ ਚਾਹਾਂ ਤਾਂ ਇਸ ਦੇ ਟੋਟਲ 111 ਜਿਹੜੇ ਆਰਟੀਕਲਸ ਨੇ, ਠੀਕ ਹੈ ਜੀ। ਇਹਨਾਂ ਨੂੰ 19 ਚੈਪਟਰਸ ਦੇ ਵਿੱਚ ਵੰਡਿਆ ਗਿਆ ਹੈ। 19 ਚੈਪਟਰਸ ਦੇ ਵਿੱਚ ਵੰਡਿਆ ਗਿਆ ਹੈ। ਤੁਸੀਂ ਕਹਿ ਸਕਦੇ ਹੋ ਪਹਿਲੇ ਚੈਪਟਰ ਦੇ ਵਿੱਚ ਇਸ ਪਾਰਟ ਦੀ ਗੱਲ ਕੀਤੀ ਗਈ ਹੈ, ਉਹਦੇ 10 ਆਰਟੀਕਲ ਹੈ, ਦੂਜੇ ਵਿੱਚ 5 ਆਰਟੀਕਲਸ ਹੈ, ਤੀਜੇ ਚੈਪਟਰ ਤੇ ਇਸ ਤਰ੍ਹਾਂ ਇਸ ਨੂੰ ਡਿਵਾਈਡ ਕੀਤਾ ਗਿਆ ਜੀ। ਤਾਂ ਤੁਸੀਂ ਇਹ ਵੀ ਇੱਕ ਮਹੱਤਵਪੂਰਨ ਚੀਜ਼ ਨੋਟ ਕਰ ਸਕਦੇ ਹੋ ਜੀ। ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਇਸ ਦਾ। ਤਾਂ ਅਸੀਂ ਗੱਲ ਕਰਾਂਗੇ ਜੀ ਆਰਗਨਸ ਆਫ ਯੂਨਾਈਟਿਡ ਨੇਸ਼ਨਸ, ਠੀਕ ਹੈ ਜੀ। आर्टिकल जिहड़ा 7 है ਉਹਦੇ तहत इसकी गल की गई है। देयर आर 6 ऑर्गन्स ऑफ यूएन। ਕਿਹੜਾ है जी? पहला जनरल असैंबली, पंजाबी च तुसी कह सकते हो जी महासभा। इन कई नामां नाल जानिया जाता है। वर्ल्ड पार्लीमेंट, संसार की जिहड़ी पंचायत के नाम भी जानिया जाता है। ਇਹਦੇ ਚ ਕੀ ਹੁੰਦਾ ਹੈ, साल दे विच ना हर एक साल एक समागम बुलाया जाता है। सितंबर दे तीसरे मंगलवार नूं जिहड़ा ਇਹ ਅਸੈਂਬਲੀ बुलाई जाती है। लोड़ पवे तां इस तो पहला भी बुलाया जा सकता है। ते ਇਹਦੇ ਚ ਕੀ ਹੁੰਦਾ जी, कोई भी मता पास ਹੁੰਦਾ ना 2/3 ਨਾਲ पास ਹੁੰਦਾ जी। 2/3 जेकर मैंबर सहमति देण तां ਉਹ ਜਿਹੜਾ कोई भी चीज प्रस्ताव पास हो जाता है। तो होर दसना चाहूँगा जी, जनरल असैंबली का जिहड़ा मेन काम हुंदा, जिहड़े संसार के मुद्दे है जां विश्व के सामने जिहड़ियां समस्यावां आ रही उन्हां बारे चर्चा करना इसका मेन काम हुंदा है जी। तो इसका एक जिहड़ा प्रधान चुनिया जाता है, चेयरमैन चुनिया जाता है जी। चेयरमैन तो मैनूं याद आया, जिहड़े फस्ट चेयरमैन ऑफ जनरल असैंबली ऑफ यूएन होए सीगे, वो सीगे जी पॉल हेनन स्पूक।
ਪੌਲ ਹੈਨਨ ਸਪੂਕ, ਇਹ ਬੈਲਜੀਅਮ ਤੋਂ ਰਹਿਣ ਵਾਲੇ ਸੀਗੇ ਜੀ। ਉਹ ਇਸ ਦੇ ਫਸਟ ਚੇਅਰਮੈਨ ਹੋਏ ਹੈ। ਤੇ ਜੇ ਮੈਂ ਗੱਲ ਕਰਾਂ ਇੰਡੀਆ ਦੀ, ਇੰਡੀਆ ਚੋਂ 1953 ਦੇ ਵਿੱਚ ਇੱਥੋਂ ਦੇ ਪ੍ਰਧਾਨ ਚੁਣੇ ਗਏ ਸੀਗੇ ਜੀ ਮਿਸਿਸ ਵਿਜੇ ਲక్ష్ਮੀ ਸਪੂਕ। ਕਈ ਕੱਲ ਪਰਸੋਂ ਇੱਕ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਮੈਨੂੰ ਕਮੈਂਟ ਸੁਣਨ ਨੂੰ ਮਿਲਿਆ ਸੀ ਕਿ ਸਰ 1954 ਹੈ, ਪਲੀਜ਼ ਜਿਹੜੀਆਂ ਚੰਗੀਆਂ ਬੁੱਕਸ ਹੈ ਉਹਨਾਂ ਨੂੰ ਫੋਲੋ ਕਰਿਆ ਕਰੋ, ਉੱਥੇ ਤੁਹਾਨੂੰ ਸਹੀ ਡੇਟਾ ਦੇਖਣ ਨੂੰ ਮਿਲਦਾ ਹੁੰਦਾ ਹੈ। 2-3 ਬੁੱਕਸ ਦਾ ਐਨਾਲਿਸਿਸ ਕਰਿਆ ਕਰੋ। 1953 ਹੀ ਹੈ ਵਿਜੇ ਲక్ష్ਮੀ ਪੰਡਿਤ ਜਿਹੜੇ ਚੇਅਰਮੈਨ ਰਹੇ ਸੀਗੇ ਜੀ ਜਨਰਲ ਅਸੈਂਬਲੀ ਦੇ। ਸੋ ਇਹ ਨੋਟ ਕਰਨ ਵਾਲੀ ਗੱਲ ਹੈ, ਤੁਸੀਂ ਇਹ ਨੋਟ ਕਰ ਸਕਦੇ ਹੋ। ਤੇ ਉਸ ਤੋਂ ਇਲਾਵਾ ਦੂਸਰਾ ਹੈ ਜੀ ਸਿਕਿਉਰਿਟੀ ਕਾਉਂਸਲ। ਸਿਕਿਉਰਿਟੀ ਕਾਉਂਸਲ ਇਹ ਜਿਹੜਾ ਸੈਕਿੰਡ ਆਰਗਨ ਹੈ ਆਫ UN, ਬਹੁਤ ਜ਼ਿਆਦਾ ਮਹੱਤਵਪੂਰਨ ਹੈ ਜੀ। ਕੁਐਸਚਨ ਅਕਸਰ ਹੀ ਇੱਥੋਂ ਦੇਖਣ ਨੂੰ ਮਿਲਦੇ ਹੁੰਦੇ ਹੈ। ਸਿਕਿਉਰਿਟੀ ਕਾਉਂਸਲ ਦੇ ਜੇ ਮੈਂ ਓਰੀਜਨ ਮੈਂਬਰਸ ਦੀ ਗੱਲ ਕਰਾਂ, ਜੇਕਰ ਜਦੋਂ ਫਾਊਂਡ ਹੋਇਆ ਸੀਗਾ ਉਦੋਂ ਇਹ 11 ਹੁੰਦੇ ਸੀਗੇ ਜੀ। 5 ਤਾਂ ਹੁੰਦੇ ਸੀ ਪਰਮਾਨੈਂਟ ਐਂਡ 6 ਸੀਗੇ ਜਿਹੜੇ ਨਾਨ ਪਰਮਾਨੈਂਟ ਅਸਥਾਈ ਮੈਂਬਰ। ਪਰਮਾਨੈਂਟ UK, USSR, USA ਐਂਡ ਆਪਣੇ ਫਰਾਂਸ, ਤੇ ਦੂਸਰਾ ਸੀ ਆਪਣੇ ਜਿਹੜਾ ਚਾਈਨਾ। ਇਹ ਸੀਗੇ ਜਿਹੜੇ ਇਹਦੇ 5 ਮੈਂਬਰਸ ਹੈ। ਇਹਨਾਂ ਕੋਲ ਵਿਟੋ ਦੀ ਪਾਵਰ ਹੁੰਦੀ ਹੈ। ਵਿਟੋ ਦੀ ਪਾਵਰ ਦਾ ਮਤਲਬ ਵੀ ਸਮਝਾਊਗਾ ਤੁਹਾਨੂੰ ਮੈਂ। ਤੇ 6 ਹੁੰਦੇ ਨਾਨ ਪਰਮਾਨੈਂਟ। ਤੇ ਇਹਨਾਂ ਦੀ ਜਿਹੜੀ ਸੰਖਿਆ ਹੈ ਹੁਣ ਵੱਧ ਕੇ 1965 ਤੋਂ 15 ਕਰ ਦਿੱਤੀ ਗਈ ਹੈ ਜੀ। ਇਹਦੇ ਚੋਂ 15 ਚੋਂ 5 ਤਾਂ ਹੋਣਗੇ ਪਰਮਾਨੈਂਟ ਐਂਡ 10 ਹੁੰਦੇ ਨਾਨ ਪਰਮਾਨੈਂਟ। ਜਿਹੜੇ ਨਾਨ ਪਰਮਾਨੈਂਟ ਹੁੰਦੇ ਆ ਉਹ ਸਿਰਫ 2 ਸਾਲ ਦੇ ਲਈ ਚੁਣੇ ਜਾਂਦੇ ਆ ਜੀ। ਤੇ 2 ਸਾਲ ਦੇ ਲਈ ਚੁਣੇ ਜਾਂਦੇ ਆ। ਤੇ ਕਿਵੇਂ ਚੁਣੇ ਜਾਂਦੇ ਆ? ਇਹਦੀ 2/3 ਵੋਟਿੰਗ ਦੇ ਨਾਲ। ਜਨਰਲ ਅਸੈਂਬਲੀ ਦੇ ਵਿੱਚ ਵੋਟਿੰਗ ਹੁੰਦੀ ਹੈ ਕਿਹੜਾ ਅਸਥਾਈ ਮੈਂਬਰ ਬਣਨਾ ਚਾਹੀਦਾ ਹੈ, ਤੇ ਭਾਰਤ ਇਸ ਦਾ ਕਈ ਵਾਰ ਅਸਥਾਈ ਮੈਂਬਰ ਬਣ ਚੁੱਕਿਆ ਹੈ। ਹੁਣ ਗੱਲ ਕਰੂੰਗਾ ਵਿਟੋ ਪਾਵਰ ਦੀ। ਵਿਟੋ ਪਾਵਰ ਦੀ ਮਤਲਬ ਹੈ ਕੋਈ ਵੀ ਮੁੱਦਾ ਹੈ, ਜੇ ਇਹਨਾਂ ਚੋਂ 5 ਚੋਂ ਇੱਕ ਵੀ ਅਸਹਿਮਤ ਹੈ ਨਾ, ਭਾਵੇਂ ਬਾਕੀ ਸਾਰੇ ਮੈਂਬਰ ਸਹਿਮਤੀ ਦੇ ਦੇਣ, ਉਹ ਜਿਹੜਾ ਕੰਮ ਹੈ ਸਿਰੇ ਨਹੀਂ ਚੜੂਗਾ। ਹੁਣ ਤੁਹਾਨੂੰ ਮੈਂ ਐਗਜ਼ਾਮਪਲਸ ਦੇ ਸਕਦਾ। ਮੰਨ ਕੇ ਚੱਲੋ ਕਿ ਹੁਣ 193 ਦੇਸ਼ ਹੈਗੇ ਹੈ, ਠੀਕ ਹੈ। 193 ਦੇ 194 ਦੇਸ਼ ਹੈ ਜਿਹੜਾ 194th ਜਿਹੜਾ ਮੈਂਬਰ ਬਣਨਾ ਚਾਹੁੰਦਾ ਹੈ ਕੋਈ, ਉਹ ਮੈਂਬਰ ਬਣਾਉਣ ਦੇ ਲਈ ਪਤਾ ਕੀ ਹੁੰਦਾ ਹੈ, ਸਿਕਿਉਰਿਟੀ ਕਾਉਂਸਲ ਦੇ 9 ਮੈਂਬਰਸ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਸਿਕਿਉਰਿਟੀ ਕਾਉਂਸਲ ਦੇ 9 ਮੈਂਬਰਸ ਦੀ ਸਹਿਮਤੀ ਜ਼ਰੂਰੀ ਹੁੰਦੀ ਹੈ। ਉਹਦੇ ਚੋਂ 5 ਤਾਂ ਜਿਹੜੇ ਪਰਮਾਨੈਂਟ ਤਾਂ ਜ਼ਰੂਰੀ ਹੈ, ਇਹਨਾਂ ਦੀ ਵੋਟਿੰਗ ਤੋਂ ਬਗੈਰ ਉਹ ਹੋ ਹੀ ਨਹੀਂ ਸਕਦਾ, ਭਾਵੇਂ ਬਾਕੀ 9 ਕਰ ਦੇਣ। ਇਹਨਾਂ ਚੋਂ ਇੱਕ ਵੀ ਕਹਿ ਦੇਣਾ ਵੀ ਨਹੀਂ ਹੋਣਾ ਚਾਹੀਦਾ ਤਾਂ ਉਹ ਨਹੀਂ ਹੋਏਗਾ। ਤੇ ਪਲੱਸ 4 ਕੋਈ ਮਰਜ਼ੀ ਹੋਣ, ਨਾਨ ਪਰਮਾਨੈਂਟ ਚ ਕੋਈ 4 ਮਰਜ਼ੀ ਹੋਣ, ਇਸ ਦੀ ਸਹਿਮਤੀ ਨਾਲ ਕੋਈ ਵੀ ਦੇਸ਼ ਇਸ ਦੀ ਮੈਂਬਰਸ਼ਿਪ ਲੈ ਸਕਦਾ ਹੈ। ਤੇ ਹੁਣ ਦੇਖੋ ਚਾਈਨਾ ਦਾ ਤੁਸੀਂ ਸੁਣ ਹੀ ਰਹੇ ਹੋ, ਵੁਹਾਨ ਦੇ ਇੱਕ ਸ਼ਹਿਰ ਤੋਂ ਇੱਕ ਕਰੋਨਾ ਨਾਮ ਦਾ ਇੱਕ ਵਾਇਰਸ ਨਿਕਲਿਆ ਹੈ, ਸਾਰੇ ਜਾਣਦੇ ਆ ਉਸ ਨੂੰ। ਹੁਣ ਚਰਚਾ ਇਹ ਵੀ ਚੱਲ ਗਈ ਕਿ ਯੂਨਾਈਟਿਡ ਨੇਸ਼ਨਸ ਦੇ ਵਿੱਚੋਂ ਚਾਈਨਾ ਨੂੰ ਬਾਹਰ ਕੱਢ ਦੇਣਗੇ। ਨਹੀਂ ਜੀ, ਚਾਈਨਾ ਨੂੰ ਬਾਹਰ ਕੱਢਣਾ ਬਹੁਤ ਔਖੀ ਗੱਲ ਹੈ। ਕਿਉਂ? ਕਿਉਂਕਿ ਜੇ ਬਾਹਰ ਕੱਢਣਾ ਨਾ, ਆ 9 ਵਾਲਾ ਫੰਡਾ ਫੇਰ ਆ ਜਾਊਗਾ। 9 ਵਾਲਾ ਫੰਡਾ ਕਿ ਚਾਈਨਾ ਖੁਦ ਕਹੇਗਾ ਕਿ ਹਾਂ ਵੀ ਮੈਨੂੰ ਬਾਹਰ ਕੱਢ ਦੋ, ਇਹਦੀ ਪਰਮਾਨੈਂਟ ਮੈਂਬਰ ਹੈ ਜਿਹੜਾ, ਮੈਨੂੰ ਨਾ ਰੱਖੋ ਤੁਸੀਂ, ਆ ਵਿਟੋ ਦੀ ਪਾਵਰ ਮੇਰੇ ਹੱਥੋਂ ਲੈ ਲਓ। ਕਦੇ ਵੀ ਕੋਈ ਵੀ ਦੇਸ਼ ਨਹੀਂ ਚਾਹੂਗਾ, ਠੀਕ ਹੈ। ਤੇ ਇਹੀ ਗੱਲ ਹੈ ਕਿ ਸਿਕਿਉਰਿਟੀ ਕਾਉਂਸਲ ਇੱਕ ਬਹੁਤ ਮਹੱਤਵਪੂਰਨ ਪਾਰਟ ਹੈ ਇਸ ਦਾ, ਜਿਹੜਾ ਕਿ ਸੁਰੱਖਿਆ ਦਾ ਕੰਮ ਕਰਦਾ ਹੈ। ਤੀਸਰਾ ਹੈ ਜੀ ਆਰਥਿਕ ਅਤੇ ਸਮਾਜਿਕ ਕਾਉਂਸਲ, ਸੰਸਥਾ ਕਹਿ ਸਕਦੇ ਹੋ। ਇੰਨਾ ਇੰਪੋਰਟੈਂਟ ਨਹੀਂ ਹੈ ਜੀ, ਪਰ ਇੰਨਾ ਧਿਆਨ ਰੱਖਿਓ ਜੀ, ਕੱਲਾ ਸ਼ਾਂਤੀ ਦੀ ਗੁਹਾਰ ਲਾਉਂਗੇ ਵੀ ਹਾਂ ਵੀ ਯੁੱਧ ਨਹੀਂ ਕਰਨਾ, ਲੜਨਾ ਝਗੜਨਾ ਨਹੀਂਗਾ, ਤਾਂ ਕੋਈ ਸੰਸਥਾ ਸਕਸੈਸਫੁਲ ਨਹੀਂ ਹੋ ਸਕਦੀ। ਉਹਨੂੰ ਸਫਲ ਕਰਨਾ ਚਾਹੁੰਦੇ ਹੋ, ਉਹਨੂੰ ਸਕਸੈਸ ਤੁਸੀਂ ਦੇਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਰਥਿਕ ਵਿਕਾਸ ਦਾ ਵੀ ਵਰਲਡ ਲੈਵਲ ਤੇ ਧਿਆਨ ਰੱਖਣਾ ਪਏਗਾ ਐਂਡ ਸਮਾਜਿਕ ਵਿਕਾਸ ਦਾ ਵੀ, ਸਮਾਜਿਕ ਕਲਿਆਣ ਦੀ ਗੱਲ ਵੀ ਤੁਹਾਨੂੰ ਕਰਨੀ ਪਏਗੀ। ਇੱਕ ਹੈ ਜੀ ਅਮਾਨਤੀ ਸੰਸਥਾ, ਟਰਸਟਸ਼ਿਪ ਕਾਉਂਸਲ, ਇਹਦੇ ਬਾਰੇ ਵੀ ਇੰਨਾ ਪੜ੍ਹਨ ਵਾਲੀ ਆਪਣੇ ਲਈ ਗੱਲ ਹੈ ਨਹੀਂ। 5th ਪੁਆਇੰਟ ਹੈ ਜੀ, ਉਸ ਨੂੰ ਤੁਸੀਂ ਜ਼ਰੂਰ ਨੋਟ ਕਰ ਲੈਣਾ ਜੀ, ਇੰਟਰਨੈਸ਼ਨਲ ਕੋਰਟ ਆਫ ਜਸਟਿਸ। ਇਹ ਬਹੁਤ ਇੰਪੋਰਟੈਂਟ ਆਸਪੈਕਟ ਹੈ। 5th ਪੁਆਇੰਟ, ਕੁਐਸਚਨ ਹਮੇਸ਼ਾ ਹੀ ਇੱਥੋਂ ਦੇਖਣ ਨੂੰ ਮਿਲਦਾ ਹੁੰਦਾ ਜੀ, ਇੰਟਰਨੈਸ਼ਨਲ ਕੋਰਟ ਆਫ ਜਸਟਿਸ
ਇੰਟਰਨੈਸ਼ਨਲ ਕੋਰਟ ਆਫ ਜਸਟਿਸ, ਇਹ ਹੇਗ ਦੇ ਵਿੱਚ ਹੈ ਜੀ। ਹੇਗ ਹਾਲੈਂਡ ਦੀ ਇੱਕ ਪਲੇਸ ਹੈ, ਉੱਥੋਂ ਦੀ ਇਹ ਜਗ੍ਹਾ ਹੈ, ਉੱਥੇ ਇਸ ਨੂੰ ਸਥਿਤ ਕੀਤਾ ਗਿਆ ਹੈ। ਤੇ ਦੂਸਰੀ ਗੱਲ ਜੋ ਮਹੱਤਵਪੂਰਨ ਗੱਲ ਹੈ, ਜਿੱਥੋਂ ਕੁਐਸਚਨ ਅਕਸਰ ਦੇਖਣ ਨੂੰ ਮਿਲਦਾ ਹੁੰਦਾ ਜੀ, ਇਹਦੇ ਜਿਹੜੇ ਮੈਂਬਰਸ ਹੁੰਦੇ ਆ ਉਹਨਾਂ ਦੀ ਸੰਖਿਆ 15 ਹੁੰਦੀ ਹੈ ਤੇ ਇਹਨਾਂ ਦਾ ਜਿਹੜਾ ਕਾਰਜਕਾਲ ਹੁੰਦਾ ਹੈ, ਟੈਨਿਓਰ ਹੁੰਦਾ ਹੈ ਜੀ, ਉਹ 9 ਸਾਲ ਹੁੰਦਾ ਹੈ। ਤੇ ਦੂਸਰੀ ਮਹੱਤਵਪੂਰਨ ਗੱਲ ਹੈ 3 ਸਾਲਾਂ ਬਾਅਦ ਇਹਦੇ 1/3 ਮੈਂਬਰਸ ਹੈ ਜਿਹੜੇ ਉਹ ਚੇਂਜ ਹੁੰਦੇ ਰਹਿੰਦੇ ਹੈ। ਤਾਂ ਮੈਂ ਦੁਬਾਰਾ ਫਿਰ ਰਿਵਾਈਜ਼ ਕਰ ਦਿੰਦਾ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਇਹ ਹੇਗ ਦੇ ਵਿੱਚ ਹੈ, ਹਾਲੈਂਡ ਦੇ ਵਿੱਚ ਸ਼ਹਿਰ ਹੈ ਇੱਕ। ਤੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ 15 ਮੈਂਬਰ ਹੁੰਦੇ ਹੈ ਤੇ ਇਹਨਾਂ ਚੋਂ ਜਿਹੜਾ ਕਾਰਜਕਾਲ ਹੁੰਦਾ ਹੈ ਉਹ 9 ਸਾਲ ਹੁੰਦਾ ਹੈ। ਐਂਡ ਹੋਰ ਕੀ ਹੈ ਜੀ, ਇਹ ਹਰ 3 ਸਾਲਾਂ ਬਾਅਦ 1/3 ਜਿਹੜੇ ਮੈਂਬਰਸ ਹੈ ਉਹ ਚੇਂਜ ਹੁੰਦੇ ਰਹਿੰਦੇ ਹੈ। ਇਹਨਾਂ ਚੋਂ ਇੱਕ ਜਿਹੜਾ ਪ੍ਰਧਾਨ ਹੁੰਦਾ ਹੈ, ਇੱਕ ਇਹਦਾ ਜਿਹੜਾ ਉਹ ਹੈਲਪਰ ਰੱਖਿਆ ਜਾਂਦਾ ਹੈ ਜੀ। ਗੱਲ ਕਰਦੇ ਹਾਂ ਜੀ 6th ਆਰਗਨ ਸਕੱਤਰੇਤ ਦੀ, ਸੈਕਟਰੀਏਟ ਜਿਸ ਨੂੰ ਕਿਹਾ ਜਾਂਦਾ ਹੈ। ਮੈਂ ਜਦੋਂ ਸਾਰਕ ਦੀ ਗੱਲ ਕਰ ਰਿਹਾ ਸੀ ਉਸੇ ਸਮੇਂ ਵੀ ਇਹ ਗੱਲ ਦੁਹਰਾਈ ਸੀ, ਜਦੋਂ ਵੀ ਗੱਲ ਸਕੱਤਰੇਤ ਦੀ ਆਊਗੀ ਤਾਂ ਗੱਲ ਹੋਏਗੀ ਦਫ਼ਤਰੀ ਕਾਰਵਾਈ ਦੀ। ਇਸ ਕਿਹਦੇ ਅਧੀਨ ਹੁੰਦਾ ਹੈ ਇਹ? ਇਹਦਾ ਇੱਕ ਜਨਰਲ ਸਕੱਤਰੇਤ ਹੁੰਦਾ ਹੈ, ਠੀਕ ਹੈ, ਜੋ ਚੁਣਿਆ ਜਾਂਦਾ ਹੈ। ਹਾਲਾਂਕਿ ਇਸ ਦੀ ਚੁਣਨ ਦੀ ਪ੍ਰੋਸੈਸ ਹੈ ਸੈਨ ਫਰਾਂਸਿਸਕੋ ਦੇ ਵਿੱਚ ਥੋੜੀ ਜਿਹੀ ਕੀਤੀ ਗਈ ਸੀ ਕਿ 3 ਸਾਲ ਦੇ ਲਈ ਚੁਣਾਂਗੇ, ਪਰੰਤੂ ਇਹ ਹੁਣ ਇੱਕ ਪ੍ਰਥਾ ਹੀ ਬਣ ਗਈ ਕਿ ਇਹਨੂੰ 5 ਸਾਲ ਦੇ ਲਈ ਚੁਣਿਆ ਜਾਂਦਾ ਹੈ। ਤੇ ਹੁਣ ਇੱਕ ਹੋਰ ਦੱਸਣਾ ਚਾਹੂੰਗਾ, ਇਹ ਦਫ਼ਤਰ ਕਿੱਥੇ ਹੈ, ਕਿੱਥੇ ਹੁੰਦਾ ਇਹ ਅਮਰੀਕਾ ਦੇ ਸ਼ਹਿਰ ਹੈ ਨਿਊਯਾਰਕ ਦੇ ਵਿੱਚ ਹੈ। ਤੇ ਕਿੱਥੇ ਹੈ ਜੀ? ਉੱਥੇ ਇੱਕ ਲੇਕ ਬਣੀ ਹੋਈ ਹੈ, ਤੁਸੀਂ ਸਰਚ ਕਰ ਸਕਦੇ ਹੋ, ਗੂਗਲ ਕਰ ਸਕਦੇ ਹੋ ਤੁਸੀਂ, ਲੇਕ ਸਕਸੈਸ ਉਸ ਦਾ ਨਾਮ ਹੈ। ਉਸ ਦੇ ਕੰਢੇ ਤੇ ਬਣਿਆ ਹੋਇਆ ਇਹ ਦਫ਼ਤਰ ਤੇ ਇਹਦੇ ਅਧੀਨ ਕੁਝ ਹੋਰ ਹੈਲਪਰ ਵੀ ਚੁਣੇ ਜਾਂਦੇ ਹੈ। ਕਰੀਬ 7500 ਬੰਦਾ ਉੱਥੇ ਕੰਮ ਕਰਦਾ ਹੈ ਤੇ ਉਹਨਾਂ ਦੀ ਜਿਹੜੀ ਸੈਲਰੀ ਹੈ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਫੰਡ ਇਕੱਠੇ ਹੁੰਦੇ ਆ ਉਹਦੇ ਵਿੱਚੋਂ ਕੀਤੀ ਜਾਂਦੀ ਹੈ। ਤੇ ਹੋਰ ਕੰਮ ਹੈ ਜੀ ਇਸ ਦੀ ਚੋਣ ਬੜਾ ਇੱਕ ਸੁਲਝਿਆ ਹੋਇਆ ਇਨਸਾਨ ਕੀਤਾ ਜਾਂਦਾ ਹੈ। ਇਹਨਾਂ ਦਾ ਕੰਮ ਦਫ਼ਤਰੀ ਕੰਮ ਹੁੰਦਾ ਹੈ, ਰਿਕਾਰਡ ਰੱਖਣਾ ਹੁੰਦਾ, ਡੇਟਾ ਵਗੈਰਾ ਸਾਰਾ ਕੁਝ ਹੁੰਦਾ ਹੈ। ਸੋ ਇਹ ਸਾਰੇ ਜਿਹੜੇ 6 ਆਰਗਨ ਸੀਗੇ ਯਾਦ ਰੱਖ ਲੈਣਾ। ਸਕੱਤਰੇਤ ਤਾਂ ਕਿੱਥੇ ਹੈ ਜੀ? ਆਪਣਾ ਸੈਕਟਰੀਏਟ ਕਿੱਥੇ ਹੈ? ਨਿਊਯਾਰਕ ਦੇ ਵਿੱਚ। ਲੇਕ ਜਿਹੜੀ ਸਕਸੈਸ ਹੈ ਉੱਥੇ। ਤੇ ਜੇ ਪੁੱਛ ਲੈਣ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕਿੱਥੇ ਹੈ ਤਾਂ ਉਹ ਹਾਲੈਂਡ ਦੇ ਸ਼ਹਿਰ ਹੇਗ ਦੇ ਵਿੱਚ ਹੈ। ਸੋ ਇਹ ਸੀ ਆਪਣਾ ਇੱਕ ਕੰਪਲੀਟ ਤੇ ਸ਼ਾਨਦਾਰ ਟੌਪਿਕ ਯੂਨਾਈਟਿਡ ਨੇਸ਼ਨਸ। ਤੇ ਉਮੀਦ ਕਰਦਾ ਕਿ ਤੁਹਾਨੂੰ ਬੜਾ ਚੰਗੇ ਤਰੀਕੇ ਨਾਲ ਸਮਝ ਆ ਗਿਆ ਹੋਊਗਾ। ਫਿਰ ਵੀ ਤੁਹਾਨੂੰ ਕੋਈ ਡਾਊਟਸ ਹੁੰਦੇ ਆ, ਤੁਹਾਡੀ ਕੁਐਰੀਜ਼ ਨੇ, ਸਿਰ ਮੱਥੇ ਕਬੂਲ ਹੈ ਜੀ, ਕਦੋਂ ਵੀ ਤੁਸੀਂ ਕਾਲ ਕਰ ਸਕਦੇ ਹੋ। ਤੁਹਾਡੀ ਕਾਲ ਹਮੇਸ਼ਾ ਅਸੈਪਟ ਕੀਤੀ ਜਾਊਗੀ ਤੇ ਤੁਹਾਨੂੰ ਨਾਲ ਦੀ ਨਾਲ ਉਸਦਾ ਜਵਾਬ ਦਿੱਤਾ ਜਾਊਗਾ। ਐਂਡ ਵੀਡੀਓ ਚੰਗੀ ਲੱਗੀ, ਤੁਹਾਡੇ ਲਈ ਹੈਲਪਫੁਲ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ, ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ।